जी ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸ ਦਾ ਲੈਸਨ ਨੰਬਰ 6 ਮਾਊਂਟੇਨੀਅਰਸ ਉਸ ਦੀ ਐਕਟੀਵਿਟੀ ਨੰਬਰ 1 ਜਿਸ ਦਾ ਸਿਰਲੇਖ ਹੈ ਪ੍ਰੀ ਰੀਡਿੰਗ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੀਆਂ ਦੱਸੀਆਂ ਜਾਣ ਵਾਲੀਆਂ ਗੱਲਾਂ ਨੇ ਉਹ ਸਾਰੀਆਂ ਨੂੰ ਆਪਣੀ ਨੋਟਬੁੱਕ ਵਿੱਚ ਤੁਸੀਂ ਨੋਟ ਡਾਊਨ ਕਰ ਲੈਣਾ ਤੇ ਬਾਅਦ ਵਿੱਚੋਂ ਇਸੇ ਸਬਕ ਨੂੰ ਆਪਣੇ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਵੀ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਇसी ਚੈਨਲ ਤੇ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੇ ਨਾਲ ਜੁੜੀ ਹੋਈ ਇੱਕ ਹੋਰ ਪਲੇਲਿਸਟ ਵੀ ਹੈਗੀ ਹੈ ਤੇ ਤੁਸੀਂ ਉਹ ਦੇਖ ਸਕਦੇ ਹੋ। ਚੈਨਲ ਤੇ ਜਿਹੜੇ ਜਾਓਗੇ ਤੇ ਪਲੇਲਿਸਟ ਤੇ ਜਾਓ ਤੇ ਉੱਥੇ ਟੈਪ ਕਰੋਗੇ ਤੇ ਇੱਕ ਪਲੇਲਿਸਟ ਹੈਗੀ 7th ਮੈਥ, ਜਿਹਦੇ ਵਿੱਚ ਤੁਹਾਡੀ 7ਵੀਂ ਜਮਾਤ ਦੀ ਮੈਥ ਦੀ ਜਿਹੜੀ ਬੁੱਕ ਹੈ ਉਹਦੇ ਸਵਾਲ ਹੱਲ ਕਰਕੇ ਪਾਏ ਜਾ ਰਹੇ ਨੇ। ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। ਸੋ ਦੇਖੀਏ। ਸੋ ਡਿਕਸ਼ਨਰੀ ਰੈਫਰੈਂਸ, ਇਹਦੇ ਵਿੱਚ ਡਿਕਸ਼ਨਰੀ ਦਾ ਹਵਾਲਾ ਲਿਆ ਗਿਆ ਹੈ ਇਸ ਐਕਟੀਵਿਟੀ ਵਿੱਚ। ਲਰਨਿੰਗ ਨਿਊ ਵਰਡਸ ਤੇ ਇਸ ਦਾ ਮਕਸਦ ਹੈਗਾ ਨਵੇਂ ਸ਼ਬਦਾਂ ਦੀ ਸਿਖਲਾਈ। ਸੋ ਐਕਟੀਵਿਟੀ 1 ਕਹਿੰਦੀ ਹੈ ਲੁੱਕ ਅਪ ਦੀ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ, ਅਰਥਾਤ ਕਿਸੇ ਸ਼ਬਦਕੋਸ਼ ਵਿੱਚ ਡਿਕਸ਼ਨਰੀ ਵਿੱਚ ਹੇਠ ਲਿਖੇ ਸ਼ਬਦ ਦੇਖੋ। ਯੂ ਸ਼ੁੱਡ ਸੀਕ ਦੀ ਫੋਲੋਇੰਗ ਇਨਫੋਰਮੇਸ਼ਨ, ਤੁਹਾਨੂੰ ਹੇਠ ਲਿਖੀ ਜਾਣਕਾਰੀ ਦੀ ਭਾਲ ਕਰਨੀ ਚਾਹੀਦੀ ਹੈ, ਖੋਜ ਕਰਨੀ ਚਾਹੀਦੀ ਹੈ। ਕਿਹਦੇ ਬਾਰੇ? ਅਬਾਊਟ ਦੀ ਵਰਡਸ, ਇਹ ਹੇਠ ਲਿਖੇ ਸ਼ਬਦਾਂ ਬਾਰੇ। ਐਂਡ ਪੁੱਟ ਦੈਮ ਇਨ ਯੂਅਰ ਵਰਡਸ ਨੋਟਬੁੱਕ, ਤੇ ਆਪਣੇ ਸ਼ਬਦਾਂ ਵਾਲੀ ਜਿਹੜੀ ਨੋਟਬੁੱਕ ਹੈ ਉਹਦੇ ਵਿੱਚ ਤੁਸੀਂ ਸਾਰੀ ਜਾਣਕਾਰੀ ਦਰਜ ਕਰ ਲੈਣੀ ਹੈ ਇਹ ਸ਼ਬਦਾਂ ਬਾਰੇ। ਇਹ 15 ਸ਼ਬਦ ਨੇ ਤੇ ਇਹਦੇ ਬਾਰੇ ਇਹ ਜਾਣਕਾਰੀ ਲੈਣੀ ਹੈ। ਪਹਿਲੀ ਤੇ ਹੈਗੀ ਹੈ ਮੀਨਿੰਗ ਆਫ ਦੀ ਵਰਡ ਐਜ਼ ਯੂਜ਼ਡ ਇਨ ਦੀ ਚੈਪਟਰ, ਕਿ ਚੈਪਟਰ ਦੇ ਵਿੱਚ, ਲੈਸਨ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਕਿਸ ਅਰਥ ਵਿੱਚ ਵਰਤਿਆ ਗਿਆ ਹੈ ਉਹ ਪਤਾ ਲਗਾਓ ਤੇ ਨਾਲੇ ਦੱਸੋ ਕਿ ਉਹ ਐਡਜੈਕਟਿਵ ਹੈਗਾ ਜਾਂ ਨਾਊਨ ਹੈਗਾ ਜਾਂ ਵਰਬ ਐਟਸੈਟਰਾ ਕੀ ਹੈਗਾ। ਠੀਕ ਹੈ। ਦੂਜੀ ਗੱਲ ਪ੍ਰੋਨਾਂਸੀਏਸ਼ਨ, ਇਸ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ ਉਹ ਬੱਚਿਓ ਮੈਂ ਬੋਲਾਂਗਾ ਤੇ ਤੁਸੀਂ ਧਿਆਨ ਨਾਲ ਸੁਣੋ ਤੇ ਸੁਣ ਕੇ ਨਾਲ ਦੇ ਨਾਲ ਤੁਸੀਂ ਆਪਣੇ ਆਪ ਵੀ ਬੋਲਣ ਦਾ ਅਭਿਆਸ ਕਰੋ ਤਾਂ ਕਿ ਸ਼ਬਦ ਦਾ ਉਚਾਰਨ ਤੁਹਾਡੇ ਮੂੰਹ ਤੇ ਚੜ ਜਾਏ। ਤੇ ਸਪੈਲਿੰਗਸ, ਅੱਖਰ ਜੋੜ, ਸ਼ਬਦ ਤੁਹਾਡੇ ਸਾਹਮਣੇ ਲਿਖੇ ਹੋਏ ਨੇ, ਛਪੇ ਹੋਏ, ਤੋਂ ਤੁਸੀਂ ਕੀ ਕਰਨਾ ਹੈ ਕਿ ਆਪਣੀ ਨੋਟਬੁੱਕ ਵਿੱਚ ਉਤਾਰਨ ਲੱਗੇ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਉਤਾਰਨੇ ਨੇ, ਸਪੈਲਿੰਗ ਧਿਆਨ ਨਾਲ ਦੇਖਣਾ। ਸੋ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਨੂੰ ਬਿਨਾਂ ਦੇਖੇ ਲਿਖਣ ਦਾ ਅਭਿਆਸ ਕਰਨਾ ਹੈ। ਸਪੈਲਿੰਗ ਪੱਕੇ ਕਰਨ ਦਾ ਇਹੀ ਇੱਕ ਢੰਗ ਹੈ, ਹੋਰ ਦੂਜਾ ਕੋਈ ਢੰਗ ਨਹੀਂ। ਸੋ ਬਿਨਾਂ ਦੇਖੇ ਇਹ ਸ਼ਬਦ ਲਿਖੋ ਤੇ ਫਿਰ ਜਿਹੜੇ ਸਹੀ ਸਪੈਲਿੰਗ ਹੈਗੇ ਨੇ ਛਪੇ ਹੋਏ ਉਹਨਾਂ ਦੇ ਨਾਲ ਉਹਨਾਂ ਦਾ ਮਿਲਾਨ ਕਰੋ ਤੇ ਇਹ ਕਿਰਿਆ ਅਭਿਆਸ ਤਦ ਤੱਕ ਕਰਦੇ ਰਹੋ ਜਦ ਤੱਕ ਤੁਹਾਡੇ ਸਪੈਲਿੰਗ ਪੂਰੀ ਤਰ੍ਹਾਂ ਦਰੁਸਤ ਨਹੀਂ ਹੋ ਜਾਂਦੇ। ਠੀਕ ਹੈ। ਸੋ ਆਓ ਦੇਖੀਏ 15 ਸ਼ਬਦਾਂ ਦੇ ਅਰਥ। ਸੋ ਪਹਿਲਾ ਹੈਗਾ ਸੀ ਲੈਵਲ। ਸੀ ਲੈਵਲ ਦਾ ਮਤਲਬ ਹੈ ਸਮੁੰਦਰੀ ਤਲ। ਜਿੱਦਾਂ ਅਸੀਂ ਹੁਣ ਧਰਤੀ ਤੇ ਹੈਗੇ ਹਾਂ, ਇਹ ਤਲ ਹੈਗਾ, ਇਸੇ ਤਰ੍ਹਾਂ ਸਮੁੰਦਰ ਦਾ ਤਲ ਹੈਗਾ। ਇਹ ਇੱਕ ਰੈਫਰੈਂਸ ਹੁੰਦਾ ਹੈ, ਹਵਾਲਾ ਹੁੰਦਾ ਹੈ ਉਚਾਈਆਂ ਨਾਪਣ ਲਈ ਤੇ ਡੂੰਘਾਈਆਂ ਨਾਪਣ ਲਈ। ਤੁਸੀਂ ਦੇਖੋ ਜਿਹੜੇ ਹਿਲ ਸਟੇਸ਼ਨ ਤੇ ਜਾਂਦੇ ਉੱਥੇ ਲਿਖਿਆ ਹੁੰਦਾ ਹੈ ਕਿ ਇਹ ਫਲਾਨਾ ਹਿਲ ਸਟੇਸ਼ਨ ਜਿਹੜਾ ਹੈਗਾ ਪਹਾੜੀ ਇਲਾਕਾ ਹੈ, ਇਹ ਸਮੁੰਦਰੀ ਤਲ ਤੋਂ 800 ਫੁੱਟ ਉੱਚਾ ਹੈਗਾ ਜਾਂ ਸਮੁੰਦਰੀ ਤਲ ਤੋਂ 2000 ਫੁੱਟ ਉੱਚਾ ਹੈਗਾ। ਇੱਦਾਂ ਦਾ ਕਰਕੇ ਉਹ ਗੱਲਾਂ ਲਿਖੀਆਂ ਹੁੰਦੀਆਂ, ਉੱਧਰੋਂ ਪਤਾ ਲੱਗਦਾ ਕਿ ਸਮੁੰਦਰ ਤਲ ਤੋਂ ਇਸ ਪਹਾੜੀ ਇਲਾਕੇ ਦੀ ਉਚਾਈ ਇੰਨੀ ਹੈਗੀ ਹੈ। ਠੀਕ ਹੈ। ਸੋ ਸੀ ਲੈਵਲ ਇੱਕ ਜਿਹੜਾ ਓਸ਼ਨ ਸਰਫੇਸ, ਲੈਵਲ ਆਫ ਓਸ਼ਨਸ ਸਰਫੇਸ, ਜੋ ਕੁਦਰਤੀ ਤੌਰ ਤੇ ਧਰਤੀ ਦੇ ਉੱਤੇ ਜਿਹੜੇ ਵੱਡੇ ਵੱਡੇ ਸਮੁੰਦਰ ਹੈਗੇ ਨੇ ਉਹਨਾਂ ਦਾ ਜੋ ਤਲ ਹੈ, ਮੀਨ ਸੀ ਲੈਵਲ ਜਿਹੜਾ ਔਸਤਨ ਲੈਵਲ ਲਿਆ ਜਾਂਦਾ ਹੈ, ਉਹਨੂੰ ਮੰਨ ਕੇ ਚੱਲਿਆ ਜਾਂਦਾ ਹੈ। ਇਹ ਇੱਦਾਂ ਸਮਝ ਲਓ ਕਿ ਡੂੰਘਾਈਆਂ ਵਾਸਤੇ ਜਾਂ ਉਚਾਈਆਂ ਵਾਸਤੇ 0 ਮੰਨਿਆ ਜਾਂਦਾ ਹੈ। ਜੇ ਅਸੀਂ ਜਿਹਦਾ ਤਾਪਮਾਨ ਨਾਪ ਅਸੀਂ ਲੈਂਦੇ ਹਾਂ, ਅਸੀਂ 0 ਤੋਂ ਉੱਪਰਲਾ ਤਾਪਮਾਨ ਪੋਜ਼ੀਟਿਵ ਵਿੱਚ ਲੈਂਦੇ ਹਾਂ ਤੇ ਜਿਹੜੇ ਠੰਡ ਹੁੰਦੀ ਹੈ ਤੇ ਅਸੀਂ 0 ਤੋਂ ਥੱਲੇ ਵਾਲਾ ਨੈਗੇਟਿਵ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੀਆਂ ਉਚਾਈਆਂ ਹੈਗੀਆਂ ਨੇ ਉਹਨੂੰ ਪੋਜ਼ੀਟਿਵ ਲਿਆ ਜਾਂਦਾ ਹੈ, ਜਿਹੜੀਆਂ ਡੂੰਘਾਈਆਂ ਉਹਨੂੰ ਨੈਗੇਟਿਵ ਲਿਆ ਜਾਂਦਾ ਹੈ। ਇਹ ਚੀਜ਼ ਤੁਸੀਂ ਆਪਣੀ 6ਵੀਂ ਕਲਾਸ ਵਿੱਚ ਵੀ ਤੇ 7ਵੀਂ ਕਲਾਸ ਦੇ ਵਿੱਚ ਜਿਹੜਾ ਇੰਟੀਜਰਸ ਦਾ ਚੈਪਟਰ ਹੈਗਾ ਉਹਦੇ ਵਿੱਚ ਹੈ, ਅਸੀਂ ਪੜ੍ਹਿਆ ਵੀ ਹੈ ਤੇ ਤੁਹਾਨੂੰ ਮੈਂ ਉਹਦੇ ਵੀਡੀਓ 'ਚ ਵੀ ਇਹ ਗੱਲਾਂ ਦੱਸੀਆਂ ਹੋਈਆਂ ਨੇ। ਠੀਕ ਹੈ। ਸੋ ਸੀ ਲੈਵਲ ਦਾ ਮਤਲਬ ਹੈ ਬੱਚਿਓ, ਇਹ ਨਾਊਨ ਹੈਗਾ, ਇਹ ਨਾਮ ਹੈਗਾ ਤੇ ਲੈਵਲ ਆਫ ਓਸ਼ਨਸ ਸਰਫੇਸ, ਇਹ ਚੰਗੀ ਤਰ੍ਹਾਂ ਯਾਦ ਕਰ ਲਓ ਤੇ ਇਹਨੂੰ ਕਹਾਂਗੇ ਸਮੁੰਦਰੀ ਤਲ। ਅਗਲਾ ਸ਼ਬਦ ਆ ਗਿਆ ਅਚੀਵਮੈਂਟ। ਸ਼ਬਦ ਮੂਲ ਸ਼ਬਦ ਹੈਗਾ ਅਚੀਵ, ਪ੍ਰਾਪਤ ਕਰਨਾ, ਤੇ ਉਧਰੋਂ ਦੀ ਨਾਮ ਬਣਿਆ ਅਚੀਵਮੈਂਟ ਤੇ ਇਹ ਹੈਗਾ ਪ੍ਰਾਪਤੀ, ਕਾਰਨਾਮਾ, ਸਿੱਧੀ। ਸਿੱਧੀ ਦਾ ਮਤਲਬ ਹੁੰਦਾ ਸਫਲਤਾ। ਠੀਕ ਹੈ। ਅਚੀਵਮੈਂਟ। ਸੋ ਇਹ ਵੀ ਨਾਊਨ ਹੈਗਾ, ਨਾਮ ਹੈਗਾ, ਅਰਥਾਤ ਐਕਟ ਆਫ ਅਚੀਵਿੰਗ, ਅਰਥਾਤ ਪ੍ਰਾਪਤ ਕਰਨ ਦੀ ਕਿਰਿਆ। ਤੇ ਦੂਜਾ ਸ਼ਬਦ ਹੈਗਾ ਅਚੀਵਮੈਂਟ ਦਾ, ਜੇ ਤੁਸੀਂ ਨਾਲ ਜੋੜਨਾ ਸਮਾਨਾਰਥਕ ਸ਼ਬਦ, ਉਹ ਹੈ ਅਕੰਪਲਿਸ਼ਮੈਂਟ। ਸੋ ਬੱਚੇ ਸਾਰੇ ਦੇਖੋ ਸ਼ਬਦ ਲਿਖੀ ਜਾਓ, ਇਹਨਾਂ ਤੁਹਾਡੇ ਸ਼ਬਦਾਂ ਦਾ ਭੰਡਾਰ ਨਿਤ ਪ੍ਰਤੀ ਵੱਧਦਾ ਜਾਏਗਾ। ਸੋ ਅਚੀਵਮੈਂਟ ਨੂੰ ਅਸੀਂ ਅਕੰਪਲਿਸ਼ਮੈਂਟ ਵੀ ਕਹਿ ਸਕਦੇ ਹਾਂ। ਠੀਕ ਹੈ। ਅਗਲਾ ਸ਼ਬਦ ਆ ਗਿਆ ਫੀਟ। ਫੀਟ ਨੂੰ ਬੱਚੇ ਬੋਲਣਾ ਹੈ ਜ਼ਿਕਰਯੋਗ ਪ੍ਰਾਪਤੀ ਹੈਗੀ ਹੈ, ਹਿੰਮਤ ਵਾਲਾ ਕੰਮ, ਕਮਾਲ, ਕਰਤੱਵ। ਇਹ ਵੀ ਨਾਊਨ ਹੈਗਾ।
ਇਹ ਵੀ ਪ੍ਰਾਪਤੀ ਹੈ। ਪਰ ਪ੍ਰਾਪਤੀ ਹੈ ਉਹ ਕਿਹੜੀ ਪ੍ਰਾਪਤੀ? ਜ਼ਿਕਰਯੋਗ ਪ੍ਰਾਪਤੀ। ਇੱਕ ਤੇ ਆਮ ਪ੍ਰਾਪਤੀ ਹਰ ਬੰਦਾ ਕਹਿੰਦਾ ਵੀ ਆਈ ਹੈਵ ਅਚੀਵਡ ਦਿਸ ਪਰਪਸ, ਹੈ ਨਾ, ਦਿਸ ਇਜ਼ ਮਾਈ ਅਚੀਵਮੈਂਟ। ਪਰ ਜੇ ਫੀਟ ਹੋਵੇ ਫਿਰ ਹੁੰਦੇ ਜ਼ਿਕਰਯੋਗ ਪ੍ਰਾਪਤੀ, ਬੜੀ ਅਨੋਖੀ ਪ੍ਰਾਪਤੀ, ਕੋਈ ਬੜਾ ਵੱਡਾ ਕੰਮ ਹੋਵੇ ਤਾਂ ਅਸੀਂ ਸ਼ਬਦ ਵਰਤਦੇ ਹਾਂ ਅਚੀਵਮੈਂਟ ਦੀ ਜਗ੍ਹਾ ਫੀਟ। ਸੋ ਫੀਟ ਕੀ ਹੈਗਾ ਬੱਚਿਓ? ਜਿਹਦਾ ਇਹ ਅਚੀਵਮੈਂਟ ਪ੍ਰਾਪਤੀ ਹੈ ਤੇ ਫੀਟ ਹੈਗਾ ਜ਼ਿਕਰਯੋਗ ਪ੍ਰਾਪਤੀ। ਇੱਥੇ ਦੇਖੋ ਲਿਖਿਆ ਵੀ ਹੈ ਅ ਨੋਟੇਬਲ ਅਚੀਵਮੈਂਟ। ਨੋਟੇਬਲ ਮੈਨੇ ਜ਼ਿਕਰਯੋਗ। ਹੁਣ ਦੇਖੋ ਇੱਕ ਤੁਹਾਨੂੰ ਸ਼ਬਦ ਹੋਰ ਪਤਾ ਲੱਗੀ ਜਾ ਰਿਹਾ, ਜ਼ਿਕਰਯੋਗ ਮੈਨੇ ਗੌਰ ਕਰਨ ਯੋਗ, ਨੋਟੇਬਲ, ਅ ਨੋਟੇਬਲ ਅਚੀਵਮੈਂਟ, ਠੀਕ ਹੈ। ਫਿਰ ਅਗਲਾ ਆ ਗਿਆ ਕਲਾਈਂਬਰ। ਕਲਾਈਂਬ ਮੈਨੇ ਚੜ੍ਹਨਾ ਤੇ ਕਲਾਈਂਬਰ ਮੈਨੇ ਚੜ੍ਹਨ ਵਾਲਾ। ਸੋ ਚੜ੍ਹਾਈ ਚੜ੍ਹਨ ਵਾਲਾ, ਇਹ ਨਾਊਨ ਹੈਗਾ, ਬੰਦੇ ਦਾ ਨਾਮ, ਨੇਮ ਆਫ ਪਰਸਨ, ਇਹ ਨਾਊਨ ਹੈਗਾ ਇਸ ਕਰਕੇ। ਸੋ ਸਮਵਨ ਹੂ ਅਸੈਂਡਸ, ਅਸੈਂਡ ਹੁੰਦਾ ਬੱਚੋ ਚੜ੍ਹਾਈ ਚੜ੍ਹਨੀ, ਇਹ ਦੂਜਾ ਸ਼ਬਦ ਹੈ। ਅਸੈਂਡ ਮੈਨੇ ਚੜ੍ਹਾਈ ਚੜ੍ਹਨਾ, ਜਿਹਦਾ ਅਸੈਂਡਿੰਗ ਆਰਡਰ, ਵੱਧਦਾ ਕਰਮ। ਡਿਸੈਂਡ ਹੁੰਦਾ ਥੱਲੇ ਉਤਰਨਾ, ਡਿਸੈਂਡਿੰਗ ਆਰਡਰ ਘਟਦਾ ਕਰਮ, ਜਿੱਦਾਂ ਅਸੀਂ ਗਣਿਤ ਵਿੱਚ ਪੜ੍ਹਦੇ ਹਾਂ, ਠੀਕ ਹੈ। ਸੋ ਵਨ ਹੂ ਅਸੈਂਡਸ, ਅਸੈਂਡਸ ਮੈਨੇ ਉੱਤੇ ਨੂੰ ਚੜ੍ਹਦਾ ਹੈ, ਕਿਤੇ ਔਨ ਫੁੱਟ, ਹਵਾਈ ਜਹਾਜ਼ ਤੇ ਨਹੀਂ, ਉਹ ਕਲਾਈਂਬਰ ਨਹੀਂ ਕਵਾਂਗੇ। ਹਵਾਈ ਜਹਾਜ਼ ਦੇ ਬੰਦੇ ਉੱਤੇ ਚੜ੍ਹਦੇ ਨੇ, ਜਿੱਲੇ ਹਵਾਈ ਜਹਾਜ਼ ਬੈਠਦੇ ਹਾਂ ਜਹਾਜ਼ ਉੱਤੇ ਚੜ੍ਹਦਾ ਤੇ ਬੰਦੇ ਬੈਠੇ ਵੀ ਸਾਰੇ ਉੱਤੇ ਚੜ੍ਹ ਜਾਂਦੇ ਨੇ। ਪਰ ਸਮਵਨ ਹੂ ਅਸੈਂਡਸ ਔਨ ਫੁੱਟ, ਜੋ ਪੈਰ ਤੇ, ਪੈਰਾਂ ਦੇ ਨਾਲ ਉੱਪਰ ਚੜ੍ਹਦਾ ਹੈ, ਤੈਨੂੰ ਇੱਕ ਸ਼ਬਦ ਹੈ ਮਾਊਂਟਰ। ਮਾਊਂਟਰ ਵੀ ਮੈਨੇ ਚੜ੍ਹਾਈ ਚੜ੍ਹਨ ਵਾਲਾ ਹੀ ਹੁੰਦਾ। ਕਲਾਈਂਬਰ ਦੀ ਜਗ੍ਹਾ ਦੂਜੇ ਸ਼ਬਦ ਅਸੀਂ ਮਾਊਂਟਰ ਵੀ ਵਰਤ ਸਕਦੇ ਹਾਂ। ਅੱਗੇ ਚਲੀਏ, ਹੁਣ ਆ ਗਿਆ ਮਾਊਂਟੇਨੀਅਰ। ਮਾਊਂਟੇਨ ਦਾ ਮਤਲਬ ਹੈ ਪਹਾੜ, ਮਾਊਂਟੇਨ ਇੱਥੇ ਤੱਕ ਲੈ ਲਓ, ਐਨ ਤੱਕ ਇਹ ਹੋ ਗਿਆ ਪਹਾੜ। ਤੇ ਮਾਊਂਟੇਨੀਅਰ ਪਹਾੜੀਆਂ ਚੜ੍ਹਨ ਵਾਲਾ, ਜਿਹੜਾ ਸ਼ੌਕੀਆ ਤੌਰ ਤੇ ਪਹਾੜੀਆਂ ਨੂੰ ਚੜ੍ਹਦਾ ਹੈ, ਪਹਾੜੀਆਂ ਤੇ ਚੜ੍ਹਦਾ ਹੈ, ਉਹਨੂੰ ਅਸੀਂ ਕਹਿੰਦੇ ਮਾਊਂਟੇਨੀਅਰ, ਪਹਾੜੀਆਂ ਚੜ੍ਹਨ ਵਾਲਾ। ਇਹ ਵੀ ਨਾਊਨ ਹੈਗਾ, ਨਾਮ ਹੈਗਾ। ਸਮਵਨ ਹੂ ਕਲਾਈਮਸ ਮਾਊਂਟੇਨਸ, ਹੁਣ ਕਲਾਈਮ ਮੈਨੇ ਚੜ੍ਹਾਈ ਚੜ੍ਹਨੀ। ਸੋ ਉਹ ਬੰਦਾ ਜੋ ਪਹਾੜਾਂ ਦੀਆਂ ਚੜ੍ਹਾਈਆਂ ਚੜ੍ਹਦਾ ਹੈ ਉਹਨੂੰ ਕਿਹਾ ਜਾਂਦਾ ਹੈ ਮਾਊਂਟੇਨੀਅਰ। ਅਗਲਾ ਸ਼ਬਦ ਆ ਗਿਆ ਸਮਿਟ। ਸਮਿਟ ਦਾ ਮਤਲਬ ਹੈ ਸ਼ਿਖਰ, ਚੋਟੀ, ਮਤਲਬ ਕਿ ਜਿਹੜਾ ਮਾਊਂਟੇਨ ਹੈ ਉਹਦਾ ਜਿਹੜਾ ਸ਼ਿਖਰਲਾ ਉੱਪਰਲਾ ਪੁਆਇੰਟ ਹੈਗਾ, ਉਹਦੀ ਬਿੰਦੂ ਹੈ, ਚੋਟੀ ਹੈ, ਜੋ ਸ਼ਿਖਰ ਹੈ, ਉਹਨੂੰ ਕਿਹਾ ਜਾਂਦਾ ਸਮਿਟ। ਇਹ ਵੀ ਨਾਊਨ ਹੈਗਾ ਕਿਉਂਕਿ ਉਹ ਕਿਸੇ ਵਸਤੂ ਦਾ ਨਾਮ ਹੋ ਗਿਆ, ਹੈ ਨਾ। ਸੋ ਹਾਈਐਸਟ ਪੁਆਇੰਟ ਆਫ ਸਮਥਿੰਗ, ਕਿਸੇ ਵੀ ਚੀਜ਼ ਦਾ ਸਭ ਤੋਂ ਸ਼ਿਖਰਲਾ ਬਿੰਦੂ, ਉੱਪਰਲਾ ਪੁਆਇੰਟ ਉਹਦਾ ਹੈ, ਸਭ ਤੋਂ ਉੱਚਾ ਜਿਹੜਾ ਉਹਦਾ ਥਾਂ ਹੈ, ਉਹਨੂੰ ਕਿਹਾ ਜਾਂਦਾ ਹੈ ਸਮਿਟ। ਫਿਰ ਅਗਲਾ ਆ ਗਿਆ ਸਕੇਲ। ਸਕੇਲ ਦੇ ਹੋਰ ਮਤਲਬ ਵੀ ਹੁੰਦੇ ਨੇ, ਪਰ ਅਸੀਂ ਇੱਥੇ ਉਸੇ ਅਰਥ ਦੀ ਗੱਲ ਕਰਨੀ ਹੈ ਜਿਸ ਅਰਥ ਵਿੱਚ ਹੈ ਇਸ ਚੈਪਟਰ ਵਿੱਚ ਵਰਤਿਆ ਗਿਆ ਹੈ। ਸੋ ਸਕੇਲ ਦਾ ਮਤਲਬ ਚੜ੍ਹਾਈ ਚੜ੍ਹਨੀ, ਇਹ ਵਰਬ ਹੈ, ਕਿਰਿਆ ਹੈ। ਸੋ ਰੀਚ ਦੀ ਹਾਈਐਸਟ ਪੁਆਇੰਟ ਆਫ, ਮਤਲਬ ਕਿ ਕਿਸੇ ਵੀ ਚੀਜ਼ ਦੇ ਸ਼ਿਖਰਲੇ, ਚੋਟੀ ਤੇ, ਸ਼ਿਖਰ ਤੇ ਪੁੱਜਣਾ, ਉਹਨੂੰ ਕਿਹਾ ਜਾਂਦਾ ਹੈ ਸਕੇਲ, ਠੀਕ ਹੈ। ਇਹਨੂੰ ਕਿਹਾ ਜਾਂਦਾ ਸਰਮਾਊਂਟ ਵੀ ਕਹਿ ਸਕਦੇ ਹਾਂ, ਸਕੇਲ ਦੀ ਥਾਂ ਅਸੀਂ ਸਰਮਾਊਂਟ ਵੀ ਵਰਤ ਸਕਦੇ ਹਾਂ, ਠੀਕ ਹੈ। ਅੱਗੇ ਚਲੀਏ ਬੱਚਿਓ, ਐਕਸਪੈਡੀਸ਼ਨ। ਐਕਸਪੈਡੀਸ਼ਨ ਇਹਨੂੰ ਅਸੀਂ ਪੰਜਾਬੀ ਚ ਕਹਾਂਗੇ ਮੁਹਿੰਮ। ਇਹ ਵੀ ਨਾਊਨ ਹੈਗਾ, ਨਾਮ ਹੈਗਾ। ਇਹ ਕੀ ਹੈਗਾ? ਐਨ ਆਰਗੇਨਾਈਜ਼ਡ ਗਰੁੱਪ ਆਫ ਪੀਪਲ, ਅਰਥਾਤ ਜਥੇਬੰਦਕ ਲੋਕਾਂ ਦਾ ਇੱਕ ਦਲ, ਜਿਹੜੇ ਕਿਸੇ ਖਾਸ ਮਕਸਦ ਲਈ ਇਕੱਠੇ ਹੋਏ ਨੇ, ਠੀਕ ਹੈ। ਅੰਡਰਟੇਕਿੰਗ ਅ ਜਰਨੀ, ਤੇ ਕਿਸੇ ਸਫ਼ਰ ਤੇ ਜਾਂਦੇ ਨੇ। ਫॉर ਅ ਪਰਟੀਕੂਲਰ ਪਰਪਸ, ਕਿਸੇ ਖਾਸ ਮਕਸਦ ਲਈ। ਜਿੱਦਾਂ ਹੁਣ ਇਹ ਮਾਊਂਟੇਨ ਤੇ ਚੜ੍ਹੇ ਸੀਗੇ, ਐਕਸਪੈਡੀਸ਼ਨ ਗਈ ਸੀਗੀ, ਇਹ 'ਚ 8-10 ਬੰਦੇ ਹੋਣਗੇ, ਨਾਲ ਕੈਂਪਰ ਵੀ ਹੁੰਦੇ ਨੇ, ਕੁੱਕ ਵੀ ਹੁੰਦਾ ਹੈ, ਨਾਲ ਕੋਈ ਇੱਕ ਅੱਧਾ ਥੋੜ੍ਹਾ ਫਸਟ ਏਡ ਜਾਣਨ ਵਾਲਾ ਵੀ ਹੁੰਦਾ ਹੈ, ਸਮਾਨ ਚੱਕਣ ਵਾਲਾ ਵੀ ਹੁੰਦਾ ਹੈ। ਸੋ ਫੌਜ ਦੇ ਹੋਰ ਸਾਰੇ ਬੰਦੇ ਵੀ ਹੋਣਗੇ। ਸੋ ਸਾਰੇ ਗਰੁੱਪ ਨੂੰ ਕਿਹਾ ਜਾਂਦਾ ਐਕਸਪੈਡੀਸ਼ਨ। ਜਦੋਂ ਇੱਦਾਂ 4, 5, 10, 20 ਬੰਦੇ ਇਕੱਠੇ ਹੋਣ ਤੇ ਉਹ ਜਥੇਬੰਦਕ ਹੋਣ, ਇੱਕ ਛਤਰੀ ਹੇਠ ਹੋਣ, ਉਹਨਾਂ ਦੀ ਟ੍ਰੇਨਿੰਗ ਹੋਵੇ, ਉਹਨਾਂ ਦਾ ਇੱਕ ਪਰਪਸ ਹੋਵੇ, ਮਿਸ਼ਨ ਹੋਵੇ, ਇੱਕ ਮਕਸਦ ਹੋਵੇ, ਤੇ ਇਕੱਠੇ ਹੋ ਕੇ ਕਿਸੇ ਸਫ਼ਰ ਤੇ, ਕਿਸੇ ਮੁਹਿੰਮ ਤੇ ਜਾਣ, ਕਿਸੇ ਖਾਸ ਮਕਸਦ ਲਈ। ਉਹ ਫਿਰ ਬੰਦਿਆਂ ਦੇ ਸਫ਼ਰ ਨੂੰ, ਬੰਦਿਆਂ ਦੀ ਜਿਹੜੀ ਉਹ ਯਾਤਰਾ ਹੈ ਇਕੱਠਿਆਂ ਦੀ, ਉਹਨੂੰ ਅਸੀਂ ਕਹਿੰਦੇ ਹਾਂ ਐਕਸਪੈਡੀਸ਼ਨ। ਅੱਗੇ ਚਲੀਏ, 9 ਫੈਲੀਸੀਟੇਟ ਹੈਗਾ, ਫੈਲੀਸੀਟੇਟਿਡ, ਇਹ ਸੈਕਿੰਡ ਫਾਰਮ ਆ ਗਈ। ਸੋ ਮੂਲ ਸ਼ਬਦ ਹੈ ਫੈਲੀਸੀਟੇਟ, ਡੀ ਲੱਗ ਗਿਆ ਤੇ ਸੈਕਿੰਡ ਫਾਰਮ ਬਣ ਗਈ, ਪਾਸਟ ਟੈਂਸ ਬਣ ਗਿਆ, ਅਰਥਾਤ ਨਿਵਾਜਿਆ ਗਿਆ, ਵਧਾਈ ਦਿੱਤੀ ਗਈ। ਸੋ ਫੈਲੀਸੀਟੇਟ ਦਾ ਮਤਲਬ ਹੁੰਦਾ ਹੈ ਕੌਂਗਰੈਚੂਲੇਟ, ਤੇ ਫੈਲੀਸੀਟੇਟਿਡ ਦਾ ਮਤਲਬ ਹੋ ਗਿਆ ਕੌਂਗਰੈਚੂਲੇਟਿਡ, ਅਰਥਾਤ ਵਧਾਈ ਦਿੱਤੀ ਗਈ, ਜਾਂ ਉਹਨਾਂ ਨੂੰ ਨਿਵਾਜਿਆ ਗਿਆ, ਜਾਂ ਸਨਮਾਨ ਦਿੱਤਾ ਗਿਆ। ਸੋ ਫੈਲੀਸੀਟੇਟ ਕੀ ਹੈ? ਇਹ ਵਰਬ ਹੈਗੀ ਹੈ, ਕਿਰਿਆ ਹੈਗੀ, ਠੀਕ ਹੈ। ਫਿਰ ਅਗਲਾ ਆ ਗਿਆ ਡੈਡੀਕੇਟਿਡ। ਡੈਡੀਕੇਟਿਡ ਮੈਨੇ ਸਮਰਪਿਤ ਕੀਤਾ, ਜਿੱਦਾਂ ਕਹਿੰਦੇ ਨਾ, ਆਈ ਡੈਡੀਕੇਟ ਦਿਸ ਬੁੱਕ ਟੂ ਮਾਈ ਪੇਰੈਂਟਸ,
मैं ਇਹ ਵਾਲੀ ਕਿਤਾਬ ਆਪਣੇ ਮਾਪਿਆਂ ਨੂੰ ਸਮਰਪਿਤ ਕਰਦਾ ਹਾਂ। ਜਾਂ ਗਵਰਨਮੈਂਟ ਪ੍ਰਿੰਟਡ ਅ ਸਟੈਂਪ ਡੈਡੀਕੇਟਿਡ ਟੂ ਸੋ ਐਂਡ ਸੋ, ਸਰਕਾਰ ਨੇ ਇੱਕ ਡਾਕ ਟਿਕਟ ਫਲਾਣੇ ਫਲਾਣੇ ਬੰਦੇ ਨੂੰ ਸਮਰਪਿਤ ਕਰਨ ਲਈ ਛਾਪੀ, ਠੀਕ ਹੈ, ਤਿਆਰ ਕੀਤੀ। ਸੋ ਡੈਡੀਕੇਟ ਦਾ ਮਤਲਬ ਇਹ ਹੁੰਦਾ, ਡੈਡੀਕੇਟਿਡ ਵਰਬ ਹੈ, ਕਿਰਿਆ ਹੈ। ਐਡਰੈਸ, ਇੱਥੇ ਐਡਰੈਸ ਦਾ ਮਤਲਬ ਸੰਬੋਧਨ ਕਰਨਾ, ਐਡਰੈਸ ਦਾ ਮਤਲਬ ਸਰਨਾਮਾ ਨਹੀਂ ਹੈ ਇੱਥੇ, ਐਡਰੈਸ ਦਾ ਮਤਲਬ ਸਰਨਾਮਾ ਵੀ ਹੁੰਦਾ, ਪਰ ਐਡਰੈਸ ਦਾ ਮਤਲਬ ਹੁੰਦਾ ਸੰਬੋਧਨ ਕਰਨਾ। ਐਡਰੈਸ ਬਾਈ ਵੇ ਆਫ ਕੰਪਲੀਮੈਂਟ, ਕੰਪਲੀਮੈਂਟ ਹੁੰਦਾ ਕੋਈ ਤਾਰੀਫ ਦੇ ਸ਼ਬਦ ਬੋਲ ਕੇ, ਕੋਈ ਸਿਫਤ ਸਲਾਹ ਦੇ ਸ਼ਬਦ ਬੋਲ ਕੇ, ਠੀਕ ਹੈ, ਕੋਈ ਉਹਨਾਂ ਦੀ ਪ੍ਰਸ਼ੰਸਾ ਕਰਨ ਦੇ ਸ਼ਬਦ ਬੋਲ ਕੇ ਕਿਸੇ ਨੂੰ ਸੰਬੋਧਨ ਕਰਨਾ, ਠੀਕ ਹੈ, ਡੈਡੀਕੇਟਿਡ। ਤੇ ਇਹਦੀ ਜਗ੍ਹਾ ਅਸੀਂ ਡਿਵੋਟਿਡ ਵੀ ਲਿਖ ਸਕਦੇ ਹਾਂ, ਤੇ ਦੂਜਾ ਸ਼ਬਦ ਹੈ ਕਮਿਟਡ, ਠੀਕ ਹੈ। ਫਿਰ ਆ ਗਿਆ ਟਰੈਕ, TREK, ਟਰੈਕ। ਇਹਦਾ ਮਤਲਬ ਔਖਾ ਲੰਮਾ ਪੈਂਡਾ। ਜੇ ਪੈਂਡਾ ਲੰਮਾ ਹੋਵੇ, ਔਖਾ ਹੋਵੇ, ਜੇ 'ਚ ਥੋੜ੍ਹਾ ਜਿਹਾ ਰੋਮਾਂਚ, ਐਕਸਾਈਟਮੈਂਟ ਹੋਵੇ, ਥ੍ਰਿਲ ਹੋਵੇ, ਦੁੱਖ ਤਕਲੀਫਾਂ ਹੋਣ, ਮੁਸ਼ਕਿਲਾਂ ਆਉਣ, ਜਿਹਨੂੰ ਅਸੀਂ ਇੰਜੋਏ ਕਰਦੇ ਹਾਂ, ਰਿਸਕ ਲੈ ਕੇ ਬੰਦੇ ਜਿਹੜੇ ਕੰਮ ਕਰਦੇ ਨੇ, ਟਰੈਕ ਉਹਨੂੰ ਕਹਿੰਦੇ ਨਾਊਨ। ਇਹ ਨਾਊਨ ਹੈਗਾ, ਇਹ ਨਾਮ ਹੈਗਾ। ਸੋ ਅ ਲੌਂਗ ਐਂਡ ਡਿਫੀਕਲਟ ਟ੍ਰਿਪ, ਮਤਲਬ ਕਿ ਲੌਂਗ ਮੈਨੇ ਲੰਮੀ, ਡਿਫੀਕਲਟ ਮੈਨੇ ਔਖੀ, ਤੇ ਟ੍ਰਿਪ ਮੈਨੇ ਪੈਂਡਾ, ਯਾਤਰਾ। ਸੋ ਉਹ ਪਹਾੜੀ ਦੀ ਪਹਾੜ ਦਾ ਜਿਹੜਾ ਸਫ਼ਰ ਹੈ ਉਹ ਵੀ ਲੰਬਾ ਵੀ ਹੈ ਅਤੇ ਔਖਾ ਵੀ ਹੈ। ਸੋ ਇਹਨੂੰ ਕਿਹਾ ਜਾਂਦਾ ਟਰੈਕ ਵੀ ਕਹਿ ਸਕਦੇ ਹਾਂ। ਵੀ ਅਰਥਾਤ ਜਿਹੜਾ ਸਫ਼ਰ ਲੰਮਾ ਵੀ ਹੋਵੇ ਅਤੇ ਬੜੀ ਔਖਾਈਆਂ ਭਰਿਆ ਹੋਵੇ, ਅਸੀਂ ਉਹਨੂੰ ਟਰੈਕ ਕਹਿ ਦਿੰਦੇ ਹਾਂ, ਜਿਹੜਾ ਬੰਦਾ ਸ਼ੌਕੀਆ ਤੌਰ 'ਤੇ ਕਰਦਾ ਹੈ, ਠੀਕ ਹੈ। ਐਕਲੀਮੇਟਾਈਜੇਸ਼ਨ, ਮੂਲ ਸ਼ਬਦ ਹੈਗਾ ਐਕਲੀਮੇਟਾਈਜ਼, ਅਰਥਾਤ ਵਾਤਾਵਰਣ ਦੇ ਅਨੁਕੂਲ ਹੋਣਾ, ਉਹਦੇ ਵਿੱਚ ਢਲ ਜਾਣਾ। ਸੋ ਐਕਲੀਮੇਟਾਈਜੇਸ਼ਨ ਦਾ ਮਤਲਬ ਕੀ ਹੈ, ਨਵੇਂ ਵਾਤਾਵਰਣ ਦੇ ਰਾਸ ਆਉਣ ਦਾ ਗੁਣ, ਜਾਂ ਨਵੇਂ ਵਾਤਾਵਰਣ ਦੇ ਵਿੱਚ ਢਲ ਜਾਣ ਦਾ ਗੁਣ, ਵੀ ਐਡਜਸਟ ਹੋ ਜਾਣਾ। ਬੰਦਾ ਹੁਣ ਬੜੇ ਠੰਡੇ ਦੇਸ਼ਾਂ 'ਚ ਰਹਿੰਦਾ ਹੋਵੇ, ਗਰਮ ਦੇਸ਼ ਵਿੱਚ ਆ ਜਾਏ, ਅਤੇ ਉਹਨੂੰ ਕਈ ਵਾਰ ਐਡਜਸਟ ਹੁੰਦੇ ਹੁੰਦੇ ਟਾਈਮ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਗਰਮੀ 'ਚ ਰਹਿਣ ਗਿੱਝਿਆ ਹੋਵੇ, ਉਹ ਕਿਤੇ ਠੰਡ ਵਿੱਚ ਚਲਾ ਜਾਵੇ ਅਤੇ ਉਹਨੂੰ ਵੀ ਉੱਥੇ ਰਹਿਣ ਨੂੰ, ਐਡਜਸਟ ਹੋਣ ਨੂੰ ਟਾਈਮ ਲੱਗ ਜਾਂਦਾ ਹੈ। ਸੋ ਨਵੇਂ ਵਾਤਾਵਰਣ ਦੇ ਹਿਸਾਬ ਦੇ ਨਾਲ ਆਪਣੇ ਆਪ ਸਰੀਰ ਦਾ ਢਲ ਜਾਣਾ, ਸਰੀਰ ਦਾ ਐਡਜਸਟ ਹੋ ਜਾਣਾ, ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਆਪਣਾ ਐਕਲੀਮੇਟਾਈਜੇਸ਼ਨ, ਅਰਥਾਤ ਐਡਾਪਟੇਸ਼ਨ। ਐਡਾਪਟੇਸ਼ਨ ਮੈਨੇ ਹੁੰਦਾ ਹੈ ਢਲ ਜਾਣਾ, ਐਡਜਸਟ ਹੋ ਜਾਣਾ ਟੂ ਅ ਨਿਊ ਕਲਾਈਮੇਟ, ਨਵੇਂ ਵਾਤਾਵਰਣ ਦੇ, ਨਵੇਂ ਮੌਸਮ ਦੇ ਹਿਸਾਬ ਦੇ ਨਾਲ ਢਲ ਜਾਣਾ। ਸੋ ਐਕਲੀਮੇਟਾਈਜੇਸ਼ਨ ਹੈ ਨਾਊਨ ਹੈਗਾ, ਨਾਮ ਹੈਗਾ, ਨਵੇਂ ਵਾਤਾਵਰਣ ਦੇ ਰਾਸ ਆਉਣ ਦਾ ਗੁਣ। ਅਗਲਾ ਆ ਗਿਆ ਸਟਾਰਵਡ। ਸਟਾਰਵ ਹੁੰਦਾ ਹੈ ਕਿਸੇ ਚੀਜ਼ ਦੇ ਥੁੜ ਦਾ ਸ਼ਿਕਾਰ ਹੋਣਾ, ਠੀਕ ਹੈ, ਮਤਲਬ ਕਿ ਚਾਹੇ ਉਹ ਰੋਟੀ ਹੋ ਸਕਦੀ ਹੈ ਜਾਂ ਕੋਈ ਹੋਰ ਚੀਜ਼ ਹੋ ਸਕਦੀ ਹੈ। ਹੁਣ ਇਹ ਮਾਊਂਟੇਨ ਦੀ ਗੱਲ ਹੈ ਅਤੇ ਇੱਥੇ ਜ਼ਿਕਰ ਆਇਆ ਆਕਸੀਜਨ ਸਟਾਰਵਡ ਏਰੀਆ। ਜਿਵੇਂ ਜਿਵੇਂ ਅਸੀਂ ਉੱਤੇ ਚੜ੍ਹਾਈ ਚੜ੍ਹਦੇ ਜਾਂਦੇ ਹਾਂ, ਆਕਸੀਜਨ ਦੀ ਮਾਤਰਾ ਘਟਦੀ ਜਾਂਦੀ ਹੈ। ਸੋ ਇੱਕ ਏਰੀਆ ਐਸਾ ਆਉਂਦਾ ਜਿਹਨੂੰ ਡੈਥ ਜ਼ੋਨ ਵੀ ਕਿਹਾ ਗਿਆ ਹੈ, ਅਤੇ ਉਹ ਆਕਸੀਜਨ ਸਟਾਰਵਡ ਹੈਗਾ, ਉੱਥੇ ਸਾਹ ਲੈਣਾ ਔਖਾ ਹੋ ਜਾਂਦਾ ਹੈ, ਠੀਕ ਹੈ, ਅਤੇ ਅਸਥਮਾ ਦੇ ਰੋਗੀ ਜਾਂ ਹੋਰ ਸਾਹ ਦੀ ਪ੍ਰੋਬਲਮ ਵਾਲੇ ਬੰਦੇ ਉੱਥੇ ਨਹੀਂ ਜਾ ਸਕਦੇ, ਕਈ ਡੈਥਸ ਵੀ ਹੋ ਜਾਂਦੀਆਂ। ਸੋ ਸਟਾਰਵਡ ਦਾ ਮਤਲਬ ਹੈ ਅੱਤ ਦੀ ਥੁੜ ਦਾ ਸ਼ਿਕਾਰ। ਇਹ ਐਡਜੈਕਟਿਵ ਹੈਗਾ, ਵਿਸ਼ੇਸ਼ਣ ਹੈਗਾ, ਜਿਹਦਾ ਆਕਸੀਜਨ ਸਟਾਰਵਡ ਏਰੀਆ, ਏਰੀਆ ਤੇ ਹੋ ਗਿਆ ਨਾਊਨ, ਤੇ ਆਕਸੀਜਨ ਸਟਾਰਵਡ ਕੀ ਹੋ ਗਿਆ, ਉਹਦਾ ਐਡਜੈਕਟਿਵ ਹੋ ਗਿਆ, ਉਹਦਾ ਵਿਸ਼ੇਸ਼ਣ ਹੋ ਗਿਆ। ਸੋ ਸਟਾਰਵਡ ਮੈਨੇ ਜਿਹ 'ਚ ਥੁੜ ਦਾ ਸ਼ਿਕਾਰ ਹੋਵੇ। ਆਮ ਤੌਰ 'ਤੇ ਅਸੀਂ ਭੁੱਖ ਵਾਸਤੇ ਰੋਟੀ ਪਾਣੀ ਲਈ ਵਰਤਦੇ ਹਾਂ, ਕਹਿੰਦੇ ਵੀ ਹੀ ਇਜ਼ ਲੁਕਿੰਗ ਸਟਾਰਵਡ, ਵੀ ਇਹ ਤਾਂ ਭੁੱਖ ਦਾ ਮਾਰਿਆ ਲੱਗ ਰਿਹਾ, ਹੀ ਇਜ਼ ਲੁਕਿੰਗ ਸਟਾਰਵਡ, ਵੀ ਕਿੰਨੇ ਦਿਨਾਂ ਦੀ ਰੋਟੀ ਨਹੀਂ ਖਾਧੀ। ਸੋ ਇੱਥੇ ਜਿਹੜਾ ਜ਼ਿਕਰ ਆਇਆ ਸਟਾਰਵਡ ਕਿਦੋਂ, ਜਿਹ 'ਚ ਆਕਸੀਜਨ ਦੀ ਥੁੜ ਹੈਗੀ ਹੈ। ਸੋ ਅੱਤ ਦੀ ਥੁੜ ਦਾ ਸ਼ਿਕਾਰ ਵਾਲੀ ਅਵਸਥਾ ਜਿਹੜੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਹੈ ਸਟਾਰਵਡ। ਉਹ ਬੰਦਾ ਮਤਲਬ ਜਿਹੜੀ ਉਹ ਚੀਜ਼ ਹੈਗੀ ਹੈ ਜਿਹ 'ਚ ਥੁੜ ਹੈਗੀ ਹੈ ਜਾਂ ਬੰਦਾ ਹੈ, ਅਤੇ ਅਸੀਂ ਉਹਨੂੰ ਕਹਾਂਗੇ ਸਟਾਰਵਡ। ਇੱਥੇ ਕੀ ਹੈਗਾ, ਇੱਥੇ ਉਹ ਏਰੀਆ ਹੈਗਾ, ਖੇਤਰ ਹੈ ਜੋ ਸਟਾਰਵਡ ਹੈਗਾ। ਕਿਹਦੇ ਨਾਲ ਸਟਾਰਵਡ ਹੈਗਾ, ਆਕਸੀਜਨ ਦੇ ਨਾਲ, ਉੱਥੇ ਆਕਸੀਜਨ ਘੱਟ ਜਾਂਦੀ ਹੈ। ਸੋ ਇਹਦਾ ਮਤਲਬ ਸਫਰਿੰਗ ਫਰੋਮ ਡੈਫੀਸ਼ੀਐਂਸੀ, ਡੈਫੀਸ਼ੀਐਂਸੀ ਹੁੰਦੀ ਘਾਟ, ਅਰਥਾਤ ਘਾਟ ਦੇ ਸ਼ਿਕਾਰ ਹੋਣਾ, ਥੁੜ ਦੇ ਸ਼ਿਕਾਰ ਹੋਣਾ, ਠੀਕ ਹੈ। ਅਗਲਾ ਆ ਗਿਆ ਡੈਟਰ। ਡੈਟਰ ਰਾਰੇ ਨੂੰ ਹਲਕਾ ਜਿਹਾ ਬੋਲਣਾ, ਡੈਟਰ। ਇਹਦਾ ਮਤਲਬ ਹੋੜਨਾ, ਰੋਕਣਾ, ਠਾਕਣਾ, ਠਾਕਣਾ ਉਹਨੇ ਰੋਕ ਲੈਣਾ, ਜਿਹੜਾ ਕਿ ਠਾਕਾ ਕਰ ਦਿੱਤਾ ਗਿਆ, ਵੀ ਰੋਕ ਲਿਆ ਗਿਆ। ਸੋ ਡੈਟਰ ਵਰਬ ਹੈ, ਕਿਰਿਆ ਟਰਾਈ ਟੂ ਪ੍ਰੀਵੈਂਟ, ਮਤਲਬ ਰੋਕਣਾ, ਠੀਕ ਹੈ। ਫਿਰ ਆ ਗਿਆ ਐਡਵੈਂਚਰਸ। ਮੇਨ ਸ਼ਬਦ ਹੈ ਐਡਵੈਂਚਰ, ਉੱਧਰੋਂ ਬਣਿਆ ਐਡਵੈਂਚਰਸ, ਅਰਥਾਤ ਜਾਂਬਾਜ਼। ਜੇ ਕੋਈ ਬੰਦਾ ਐਡਵੈਂਚਰਸ ਹੈ ਉਹਦੇ ਲਈ ਕਹੋਗੇ ਜਾਂਬਾਜ਼, ਉਤਸ਼ਾਹੀ, ਦਲੇਰ, ਹਿੰਮਤੀ, ਜੋਖਮ ਭਰਿਆ, ਠੀਕ ਹੈ। ਇਹ ਐਡਜੈਕਟਿਵ ਹੈਗਾ, ਉਹ 'ਚ ਨਾ ਐਡਵੈਂਚਰਸ ਸਪਿਰਿਟ, ਜਾਂਬਾਜ਼ ਸਪਿਰਿਟ, ਉਤਸ਼ਾਹੀ ਸਪਿਰਿਟ, ਦਲੇਰ ਸਪਿਰਿਟ, ਹਿੰਮਤੀ ਸਪਿਰਿਟ, ਜੋਖਮ ਭਰੀ ਸਪਿਰਿਟ, ਅਰਥਾਤ ਜਿਹੜਾ ਬੰਦਾ ਜੋਖਮ ਭਰੇ ਕੰਮ ਕਰਨਾ ਪਸੰਦ ਕਰਦਾ ਹੈ,
ਦਲੇਰੀ ਵਾਲੇ ਕੰਮ ਕਰਦਾ ਹੈ, ਉਤਸ਼ਾਹੀ ਵਾਲੇ ਕੰਮ ਕਰਦਾ, ਉਸ ਨੂੰ ਕਹਿੰਦੇ ਐਡਵੈਂਚਰਸ। ਠੀਕ ਹੈ, ਐਡਜੈਕਟਿਵ ਹੈਗਾ, ਵਿਸ਼ੇਸ਼ਣ ਹੈਗਾ। ਯਾਨੀ ਕਿ ਵਿਲਿੰਗ ਟੂ ਟੇਕ ਰਿਸਕਸ, ਜੋ ਖਤਰੇ ਮੋਲ ਲੈਣ ਤੋਂ ਘਬਰਾਉਂਦਾ ਨਹੀਂ ਹੈਗਾ, ਖਤਰੇ ਦਾ ਟਾਕਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਬੋਲਡ ਦਲੇਰ, ਬਰੇਵ ਹਿੰਮਤੀ, ਡੇਅਰਿੰਗ ਵੀ ਹਿੰਮਤੀ, ਸਪੋਰਟਿੰਗ ਮੈਨੇ ਉਹੀਓ ਉਤਸ਼ਾਹੀ ਹਿੰਮਤੀ। ਸੋ ਐਸੀ ਪਿਆਰੇ ਵਿਦਿਆਰਥੀਓ, ਦੇਖੋ 15 ਸ਼ਬਦ ਤੇ 15 ਸ਼ਬਦਾਂ ਦੇ ਅਰਥ ਕਰਨ ਲੱਗੇ ਅਸੀਂ ਤੁਹਾਨੂੰ ਹੋਰ ਕਿੰਨੇ ਸਾਰੇ ਸ਼ਬਦ ਦੱਸੇ। ਦੇਖੋ ਡੈਫੀਸ਼ੀਐਂਸੀ, ਸਰਮਾਊਂਟ, ਮਾਊਂਟਰ, ਹੈ ਨਾ, ਤੇ ਇਹ ਦੇਖੋ ਬਰੇਵ, ਬੋਲਡ, ਡੇਅਰਿੰਗ, ਸਪੋਰਟਿੰਗ, ਰਿਸਕ। ਸੋ ਕਿੰਨੇ ਸਾਰੇ ਸ਼ਬਦ ਹੈਗੇ ਨੇ, ਤੇ ਮੈਨੂੰ ਲੱਗਦਾ ਹੈ 15 ਸ਼ਬਦਾਂ ਦੇ ਰਾਹੀਂ ਘੱਟ ਤੋਂ ਘੱਟ ਤੁਸੀਂ 20-25 ਸ਼ਬਦ ਇਹਦੇ ਰਾਹੀਂ, ਇਸ ਵੀਡੀਓ ਰਾਹੀਂ ਸਿੱਖ ਲਏ ਹੋਣਗੇ। ਸੋ ਕਿਰਪਾ ਕਰਕੇ ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ, ਉੱਚੀ ਉੱਚੀ ਬੋਲੋ, ਕੰਠ ਕਰੋ, ਤੇ ਫਿਰ ਇਹਨਾਂ ਦੇ ਸਪੈਲਿੰਗ ਤੇ ਅਰਥ ਬਿਨਾਂ ਦੇਖੇ ਲਿਖਣ ਦਾ ਅਭਿਆਸ ਤੁਸੀਂ ਜ਼ਰੂਰ ਕਰੋ। ਤੇ ਇਸੇ ਤਰ੍ਹਾਂ ਮਿਹਨਤ ਦੇ ਨਾਲ, ਲਗਨ ਦੇ ਨਾਲ ਆਪਣੀ ਤੈਸੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।